कमेटी जिहदी दहाड़ दे नाल दिल्ली दा तख्त हिलदा सी अज इन्नी कमजोर कर दित्ती है कि दिल्ली दा लाड़ा जिहड़ा बाहर आ के निकलदा। ज्ञानी हरप्रीत सिंह जी तुसीं श्रोमणी कमेटी प्रधान साहब नूं पुछिआ क्यों नहीं कि 11 मैंबरी कमेटी तुसीं बनाई सी ते तुसीं 2 नूं लैके जाके दिल्ली कमेटी दे दिल्ली सरकार दे मुख मंत्री दे बाहर अगे किवें खड़ गए? दिल्ली गुरुद्वारा प्रबंधक कमेटी के साबका 2 प्रधानां दे सहित ते मैमोरेंडम लैके जाते हैं केजरीवाल मुख मंत्री जिहड़ा दिल्ली दा उहदी कोठी दे अगे और 10 मिनट बारिश दे विच भेजदे ने ओह करन वास्ते इन्हां नूं बाहर नहीं आउंदा। मौजूदा प्रधान मौजूदा कमेटी जिहड़ी दिल्ली कमेटी है उन्हां दे प्रधान नूं क्यों नहीं लगे नाल कि दिल्ली 'च जाना सी ਜਿਹੜੇ ਬਾਕੀ ਮੈਂਬਰ ਸੀ ਉਹਨਾਂ ਨੂੰ ਯਾਦ ਕਿਉਂ ਨਹੀਂ ਕੀਤਾ ਗਿਆ? 11 ਮੈਂਬਰੀ ਕਮੇਟੀ ਦੀ ਮੁੜ ਕੇ ਮੀਟਿੰਗ ਕਿਉਂ ਨਹੀਂ ਸੱਦੀ ਤੁਸੀਂ? ਕਿਉਂਕਿ ਤੁਹਾਡਾ ਸੁਖਬੀਰ ਸਿੰਘ ਬਾਦਲ ਜਿਹੜਾ ਆਕਾ ਉਹ ਨਾਰਾਜ਼ ਹੋ ਰਿਹਾ ਤੁਹਾਡੇ ਨਾਲ ਕਿ ਉਹਨੂੰ ਇਸ ਕਮੇਟੀ ਚੋਂ ਬਾਹਰ ਕੱਢਣ ਵਾਸਤੇ ਕਹਿ ਦਿੱਤਾ ਸੀ, ਜਿਹਨੇ ਖੁਦ ਬੰਦੀ ਬਣਾਏ, ਜਿਹੜਾ ਬੰਦੀਆਂ ਦੇ ਨਾਂ ਤੇ ਸਰਵਾਈਵ ਹੋਣਾ ਚਾਹੁੰਦਾ। ਅੱਜ ਜਦੋਂ ਪੰਥ ਤੇ ਪੰਜਾਬ ਨੇ ਨਕਾਰਤਾ ਤੇ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਅੰਦਰੋਂ ਤੇ ਸ਼੍ਰੋਮਣੀ ਕਮੇਟੀ ਦੇ ਅੰਦਰੋਂ ਜਦੋਂ ਬਗਾਵਤ ਦੀਆਂ ਸੁਰਾਂ ਉਤਰੀਆਂ ਨੇ ਤੇ ਇਹਨਾਂ ਨੂੰ ਬੰਦੀ ਸਿੰਘ ਚੇਤੇ ਆ ਗਏ, ਪੰਥ ਦੇ ਮਸਲੇ ਚੇਤੇ ਆ ਗਏ। ਗਿਆਨੀ ਜੀ ਇਹਨਾਂ ਸੰਸਥਾਵਾਂ ਨੂੰ ਕਮਜ਼ੋਰ ਕੀਤਾ ਤੁਹਾਡੇ ਆਕਾ ਬਾਦਲ ਸਾਹਿਬ ਨੇ, ਬਾਦਲ ਪਰਿਵਾਰ ਨੇ। ਕੈਂਡੀਡੇਟ ਜਿਹੜਾ ਭਾਰਤੀ ਜਨਤਾ ਪਾਰਟੀ ਦਾ ਰਾਸ਼ਟਰਪਤੀ ਮੈਡਮ ਦ੍ਰੋਪਦੀ ਮੁਰਮੂ ਨੂੰ ਅਸੀਂ ਵੋਟ ਪਾਵਾਂਗੇ, ਉਦਣ ਬਿਨਾਂ ਸ਼ਰਤ ਵੋਟ ਕਿਉਂ ਪਾਈ? ਉਦਣ ਬੰਦੀ ਸਿੰਘਾਂ ਦੀ ਗੱਲ ਕਿਉਂ ਨਹੀਂ ਰੱਖੀ? ਵੋਟਾਂ ਤਾਂ ਬਿਨਾਂ ਸ਼ਰਤ ਪਾਤੀਆਂ ਤੇ ਹੁਣ ਤਖਤੀਆਂ ਲੈ ਕੇ ਦੋਨੇ ਮੀਆਂ ਬੀਬੀ ਪਾਰਲੀਮੈਂਟ ਦੇ ਬਾਹਰ ਖੜੇ ਆ। ਹੁਣ ਉਧਰ ਨੂੰ ਕੁਝ ਨਹੀਂ ਕਰਦਾ ਇਹਨਾਂ ਵੱਲ। ਇਹ ਤਾਂ ਕਰਕੇ ਕੋਈ ਸਮਾਂ ਨਹੀਂ ਦੇ ਰਿਹਾ ਇਹਨਾਂ ਨੂੰ। ਤੁਸੀਂ ਵੀ ਇਹ ਕਮੇਟੀ 'ਚ ਪਾ ਕੇ ਉਹਨਾਂ ਨੂੰ ਸਰਵਾਈਵ ਕਰਨ ਦੀ ਕੋਸ਼ਿਸ਼ ਕੀਤੀ ਹੈ, ਤਾਂ ਕਰਕੇ ਸਮਾਂ ਅੱਜ ਸੁਖਬੀਰ ਸਿੰਘ ਬਾਦਲ ਨੂੰ ਬਾਹਰ ਕਰ ਦਿਓ। ਮੈਂ ਸਮਝਦਾ ਕਿਸੇ ਦੀ ਕੀ ਜ਼ਰੂਰਤ ਆ ਵੀ ਕੋਈ ਸਮਾਂ ਨਾ ਦੇ, ਦਿੱਲੀ ਦਾ ਮੁੱਖ ਮੰਤਰੀ ਸਮਾਂ ਨਾ ਦੇ। ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਐਸਜੀਪੀਸੀ ਦੇ ਵੱਲੋਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਇੱਕ ਮੰਗ ਪੱਤਰ ਸੌਂਪਣ ਦਾ ਫੈਸਲਾ ਲਿਆ ਗਿਆ ਸੀ, ਪਰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੋਂ ਮੰਗ ਪੱਤਰ ਨਹੀਂ ਲਿਆ ਗਿਆ, ਜਿਸ ਤੋਂ ਬਾਅਦ ਹੁਣ ਸਿਆਸਤ ਲਗਾਤਾਰ ਗਰਮਾਉਂਦੀ ਜਾ ਰਹੀ ਹੈ। ਜਿੱਥੇ ਗਿਆਨੀ ਹਰਪ੍ਰੀਤ ਸਿੰਘ ਨੇ ਇਸ ਤੇ ਨਾਰਾਜ਼ਗੀ ਜ਼ਾਹਰ ਕੀਤੀ ਅਤੇ ਕਿਹਾ ਕਿ ਸਾਡੀਆਂ ਸੰਸਥਾਵਾਂ ਸਾਡੀਆਂ ਆਪਣੀਆਂ ਗਲਤੀਆਂ ਕਰਕੇ ਕਮਜ਼ੋਰ ਹੋਈਆਂ। ਉਸ ਤੇ ਹੁਣ ਕਾਂਗਰਸ ਸਾਂਸਦ ਰਵਨੀਤ ਸਿੰਘ ਬਿੱਟੂ ਨੇ ਤੰਜ ਕੱਸਿਆ। ਉਹਨਾਂ ਕਿਹਾ ਕਿ ਜਥੇਦਾਰ ਸਾਹਿਬ ਐਸਜੀਪੀਸੀ ਕਮਜ਼ੋਰ ਨਹੀਂ ਹੋਈ ਹੈ, ਐਸਜੀਪੀਸੀ ਨੂੰ ਕਮਜ਼ੋਰ ਕੀਤਾ ਗਿਆ ਅਤੇ ਇਸ ਦਾ ਰੁਤਬਾ ਖਤਮ ਕੀਤਾ ਗਿਆ। ਬਿੱਟੂ ਨੇ ਅੱਗੇ ਕਿਹਾ, ਪਹਿਲੀ ਗੱਲ ਤਾਂ ਇਹ ਹੈ ਕਿ ਜਥੇਦਾਰ ਸਾਹਿਬ ਅਤੇ ਪ੍ਰਧਾਨ ਸਾਹਿਬ ਤੁਸੀਂ ਗੁਰਬਾਣੀ ਅਤੇ ਗੁਰੂਆਂ ਦੇ ਸੁਨੇਹੇ ਨੂੰ ਲੋਕਾਂ ਤੱਕ ਲੈ ਕੇ ਜਾਣ ਦੀ ਜ਼ਿੰਮੇਵਾਰੀ ਨੂੰ ਭੁੱਲ ਕੇ ਅਤੇ ਸਿੱਖਾਂ ਨੂੰ ਗੁਰਬਾਣੀ ਦੇ ਨਾਲ ਜੋੜਨ ਦੀ ਬਜਾਏ ਅੱਤਵਾਦੀਆਂ, ਲੁਟੇਰਿਆਂ ਅਤੇ ਡਾਕੂਆਂ ਦੀਆਂ ਤਸਵੀਰਾਂ ਗੁਰੂ ਘਰਾਂ ਵਿੱਚ ਲਾਓਗੇ ਅਤੇ ਫਿਰ ਉਹਨਾਂ ਦੀ ਰਿਹਾਈ ਦੇ ਲਈ ਲੜੀਆਂ ਕੱਢਦੇ ਰਹੋਗੇ ਤਾਂ ਤੁਹਾਡੀ ਗੱਲ ਕੌਣ ਸੁਣੇਗਾ? ਦੂਜੀ ਗੱਲ ਇਹ ਹੈ ਕਿ ਜਿਹੜੇ ਜਥੇਦਾਰ ਅਤੇ ਐਸਜੀਪੀਸੀ ਪ੍ਰਧਾਨ ਬਾਦਲਾਂ ਦੇ ਇਸ਼ਾਰਿਆਂ ਤੇ ਚੱਲਣਗੇ ਉਹ ਬਾਦਲਾਂ ਵਾਂਗ ਹੀ ਖਤਮ ਹੋ ਜਾਣਗੇ। ਇਸ ਲਈ ਮੇਰੀ ਬੇਨਤੀ ਹੈ ਕਿ ਗੁਰੂ ਅਤੇ ਗੁਰਬਾਣੀ ਦੀ ਗੱਲ ਕਰਨ ਵਾਲੇ ਅਤੇ ਸਿੱਖਾਂ ਨੂੰ ਗੁਰਬਾਣੀ ਨਾਲ ਜੋੜਨ ਵਾਲਿਆਂ ਨੂੰ ਹੀ ਡੈਮੋਕ੍ਰੈਟਿਕ ਢੰਗ ਦੇ ਨਾਲ ਜਥੇਦਾਰ ਬਣਾਇਆ ਜਾਵੇ, ਤਾਂ ਹੀ ਸਾਡੇ ਇਹਨਾਂ ਮਹਾਨ ਸੰਸਥਾਵਾਂ ਦਾ ਕੱਦ ਉੱਚਾ ਅਤੇ ਸੁੱਚਾ ਰਹਿ ਸਕੇਗਾ। ਇਸ ਪੂਰੇ ਮਾਮਲੇ ਤੇ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬਲਜੀਤ ਸਿੰਘ ਦਾਦੂਵਾਲ ਦਾ ਵੀ ਬਿਆਨ ਹੁਣ ਸਾਹਮਣੇ ਆ ਚੁੱਕਿਆ ਹੈ। ਦਾਦੂਵਾਲ ਨੇ ਜਥੇਦਾਰ ਹਰਪ੍ਰੀਤ ਸਿੰਘ ਦੇ ਬਿਆਨ ਨਾਲ ਸਹਿਮਤੀ ਜਤਾਉਂਦੇ ਹੋਏ ਕਿਹਾ ਕਿ ਅਜਿਹੇ ਹਾਲਾਤ ਬਣਨ ਦਾ ਕਾਰਨ ਜਥੇਦਾਰ ਸਾਹਿਬ ਦੇ ਆਕਾ ਬਾਦਲ ਹੋਰੀ ਨੇ। ਆਪ ਸਾਰਿਆਂ ਨੂੰ ਪਤਾ, ਸੋਸ਼ਲ ਮੀਡੀਆ ਦੇ ਉੱਤੇ ਇੱਕ ਬਿਆਨ ਜਿਹੜਾ ਵਾਇਰਲ ਹੋ ਰਿਹਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਲਗਾਏ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜੀ ਹੋਣਾ ਦਾ। ਸ਼ਾਇਦ ਉਹ ਕੱਲ ਕਿਸੇ ਸਮਾਗਮ ਦੇ ਵਿੱਚ ਉਹਨਾਂ ਦੇ ਵੱਲੋਂ ਜੋ ਸਪੀਚ ਦਿੱਤੀ ਗਈ, ਜੋ ਲੈਕਚਰ ਦਿੱਤਾ ਗਿਆ, ਜੋ ਗੁਰਮਤਿ ਵਿਚਾਰ ਸਾਂਝੇ ਕੀਤੇ ਗਏ ਸੰਗਤਾਂ ਦੇ ਨਾਲ, ਉਹਦੇ ਵਿੱਚੋਂ ਵੱਖ-ਵੱਖ ਚੈਨਲਾਂ ਦੇ ਵੱਲੋਂ ਉਹਨਾਂ ਦੇ ਉਸ ਬਿਆਨ ਨੂੰ ਕੱਟ ਕੇ ਜਿਹੜਾ ਹੈ ਦੁਨੀਆ ਦੇ ਉੱਤੇ ਪ੍ਰਕਾਸ਼ਿਤ ਕੀਤਾ ਜਾ ਰਿਹਾ, ਟੈਲੀਕਾਸਟ ਕੀਤਾ ਜਾ ਰਿਹਾ। ਯਾਨੀ ਹਰਪ੍ਰੀਤ ਸਿੰਘ ਜੀ ਹੁਣਾਂ ਨੇ ਜਿਹੜੇ ਚਿੰਤਾ ਦਾ ਪ੍ਰਗਟਾਵਾ ਕੀਤਾ ਕਿ ਸਾਡੀਆਂ ਸ਼੍ਰੋਮਣੀ ਸੰਸਥਾਵਾਂ ਜਿਹੜੀਆਂ ਨੇ ਉਹ ਨਿਘਾਰ ਵੱਲ ਚਲੀਆਂ ਗਈਆਂ, ਕਮਜ਼ੋਰ ਹੋ ਗਈਆਂ। ਉਹਨਾਂ ਨੇ ਜ਼ਿਕਰ ਕੀਤਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬਣਾਈ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ 11 ਮੈਂਬਰੀ ਕਮੇਟੀ ਨੂੰ ਪ੍ਰਧਾਨ ਮੰਤਰੀ ਭਾਰਤ, ਗ੍ਰਹਿ ਮੰਤਰੀ ਭਾਰਤ ਨੇ ਸਮਾਂ ਨਹੀਂ ਦਿੱਤਾ ਤੇ ਜੇਕਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਹਰਜਿੰਦਰ ਸਿੰਘ ਧਾਮੀ ਅਤੇ 2 ਸਾਬਕਾ ਪ੍ਰਧਾਨ ਸਰਦਾਰ ਪਰਮਜੀਤ ਸਿੰਘ ਸਰਨਾ ਤੇ ਸਰਦਾਰ ਮਨਜੀਤ ਸਿੰਘ ਜੀਕੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ, ਇਹ 2 ਸਾਬਕਾ ਪ੍ਰਧਾਨ ਉਹਨਾਂ ਦੇ ਨਾਲ
ਦਿੱਲੀ ਦੇ ਮੁੱਖ ਮੰਤਰੀ ਸ੍ਰੀ ਅਰਵਿੰਦ ਕੇਜਰੀਵਾਲ ਦੇ ਕੋਲ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਦਾ ਮੰਗ ਪੱਤਰ ਲੈ ਕੇ ਗਏ, ਪਰ ਜਥੇਦਾਰ ਨੇ ਕਿਹਾ 10 ਮਿੰਟ ਮੀਂਹ ਵਿੱਚ ਭਿੱਜਦੇ ਰਹੇ, ਪਰ ਉਹਨਾਂ ਨੇ ਸਮਾਂ ਨਹੀਂ ਦਿੱਤਾ। ਬਹੁਤ ਮੰਦਭਾਗੀ ਗੱਲ ਆ। ਮੈਂ ਸਖਤ ਸ਼ਬਦਾਂ 'ਚ ਨਿਖੇਧੀ ਕਰਦਾ ਇਸ ਦੀ ਕਿ ਦਿੱਲੀ ਦੇ ਮੁੱਖ ਮੰਤਰੀ ਸ੍ਰੀ ਅਰਵਿੰਦ ਕੇਜਰੀਵਾਲ ਨੇ ਸਮਾਂ ਕਿਉਂ ਨਹੀਂ ਦਿੱਤਾ, ਦੇਣਾ ਚਾਹੀਦਾ ਸੀ। ਪਰ ਇਸ ਦੇ ਨਾਲ ਹੀ ਜਿਹੜਾ ਦੂਸਰਾ ਉਹਨਾਂ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਲਿਲੜੀਆਂ ਕੱਢਦੀ ਫਿਰਦੀ ਹੈ। ਲਿਲੜੀਆਂ ਨਾ ਕੱਢੇ। ਕਦੇ ਦਿੱਲੀ ਤੱਕ ਦਾ ਤਖਤ ਕੰਬਦਾ ਸੀ ਜਦੋਂ ਸ਼੍ਰੋਮਣੀ ਕਮੇਟੀ ਪ੍ਰਧਾਨ ਅੰਮ੍ਰਿਤਸਰ ਤੋਂ ਬੋਲਦਾ ਸੀ ਤਾਂ ਕੋਈ ਇਗਨੋਰ ਨਹੀਂ ਸੀ ਕਰ ਸਕਦਾ। ਸਾਡੀਆਂ ਸੰਸਥਾਵਾਂ ਕਮਜ਼ੋਰ ਹੋ ਗਈਆਂ। ਕੋਈ ਹੁਣ ਜਿਹੜਾ ਹੈ ਉਹ ਇਹਨਾਂ ਕੋਲ ਮੰਗ ਪੱਤਰ ਨਾ ਲੈ ਕੇ ਜਾਏ। ਮੈਂ ਕਹਿਣਾ ਚਾਹੁੰਦਾ ਜਿੰਨੀਆਂ ਵੀ ਚਿੰਤਾਵਾਂ ਯਾਰ ਕੀਤੀਆਂ ਨੇ, ਜੋ ਵਿਚਾਰ ਦਿੱਤੇ ਆ ਸ਼੍ਰੋਮਣੀ ਆਪਣਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਹੋਣਾ ਨੇ, ਮੈਂ ਉਹਨਾਂ ਦੇ ਨਾਲ ਬਿਲਕੁਲ ਸਹਿਮਤ ਹਾਂ। ਪਰ ਮੈਂ ਇਹ ਜ਼ਰੂਰ ਕਹਿਣਾ ਚਾਹੁੰਦਾ ਕਿ ਗਿਆਨੀ ਜੀ, ਤੁਸੀਂ ਜਿਨ੍ਹਾਂ ਨੇ ਕਮਜ਼ੋਰ ਕੀਤੀਆਂ ਸੰਸਥਾਵਾਂ, ਆਪਣੇ ਤੋਪਾਂ ਦਾ ਮੂੰਹ ਜਰਾ ਉਧਰ ਨੂੰ ਵੀ ਮੋੜੋ। ਕਿ ਜਿਹੜੇ ਤੁਸੀਂ ਸ਼ੱਕ ਜ਼ਾਹਰ ਕੀਤੇ ਆ, ਚਿੰਤਾਵਾਂ ਜ਼ਾਹਰ ਕੀਤੀਆਂ ਕੌਮ ਦੇ ਨਾਲ, ਬਿਲਕੁਲ ਹਾਲਾਤ ਇਦਾਂ ਦੇ ਹੀ ਬਣੇ ਹੋਏ ਆ, ਪਰ ਬਣਾਏ ਕਿਹਨਾਂ ਨੇ ਆ? ਜਰਾ ਉਧਰ ਨੂੰ ਧਿਆਨ ਕਰੋ। ਇਹ ਤੁਹਾਡੇ, ਜੇ ਸਿੱਧੇ ਸ਼ਬਦਾਂ 'ਚ ਕਹਿ ਲਿਆ ਜਾਵੇ ਤਾਂ ਤੁਹਾਡੇ ਆਕਾ ਸਰਦਾਰ ਪ੍ਰਕਾਸ਼ ਸਿੰਘ ਬਾਦਲ, ਸਰਦਾਰ ਸੁਖਬੀਰ ਸਿੰਘ ਬਾਦਲ ਨੇ ਇਹ ਹਾਲਾਤ ਬਣਾਏ ਸਾਡੀਆਂ ਸ਼੍ਰੋਮਣੀ ਸੰਸਥਾਵਾਂ ਦੇ। ਤਾਂ ਕਰਕੇ ਅੱਜ ਦਿੱਲੀ ਦਾ ਮੁੱਖ ਮੰਤਰੀ, ਇੱਕ ਕੋਈ ਪੂਰੀ ਸਟੇਟ ਵੀ ਨਹੀਂ ਜਿਹੜੀ, ਜਿਵੇਂ ਪੰਜਾਬ ਸਟੇਟ ਆ, ਹਰਿਆਣਾ ਸਟੇਟ, ਰਾਜਸਥਾਨ ਸਟੇਟ ਆ, ਦਿੱਲੀ ਤੇ ਇੱਕ ਬੋਰਡ ਜੇ ਵਰਗੀ ਸਰਕਾਰ ਹੁੰਦੀ ਆ, ਤੇ ਉਥੋਂ ਦਾ ਜਿਹੜਾ ਮੁੱਖ ਮੰਤਰੀ ਉਹ ਵੀ ਸਮਾਂ ਨਾ ਦੇ ਤੇ ਸਾਡੇ ਪ੍ਰਧਾਨ ਜਿਹੜੇ 2 ਸਾਬਕਾ ਦਿੱਲੀ ਕਮੇਟੀ ਦੇ ਤੇ ਇੱਕ ਮੌਜੂਦਾ ਸ਼੍ਰੋਮਣੀ ਕਮੇਟੀ ਦੇ, ਉਹ ਬਾਹਰ ਮੀਂਹ 'ਚ ਭਿੱਜਦੇ ਰਹਿਣ। ਮੈਨੂੰ ਸੱਚੀ ਇਸ ਗੱਲ ਦਾ ਬਹੁਤ ਭਾਰੀ ਦੁੱਖ ਹੋਇਆ। ਪਰ ਮੈਨੂੰ ਇਹ ਵੀ ਨਾਲ ਮੈਂ ਤੁਹਾਨੂੰ ਕਹਿਣਾ ਚਾਹੁੰਦਾ ਗਿਆਨੀ ਹਰਪ੍ਰੀਤ ਸਿੰਘ ਜੀ, ਤੁਸੀਂ ਸ਼੍ਰੋਮਣੀ ਕਮੇਟੀ ਪ੍ਰਧਾਨ ਸਾਹਿਬ ਨੂੰ ਪੁੱਛਿਆ ਕਿਉਂ ਨਹੀਂ ਕਿ 11 ਮੈਂਬਰੀ ਕਮੇਟੀ ਤੁਸੀਂ ਬਣਾਈ ਸੀ ਤੇ ਤੁਸੀਂ 2 ਨੂੰ ਲੈ ਕੇ ਜਾ ਕੇ ਦਿੱਲੀ ਕਮੇਟੀ ਦੇ ਦਿੱਲੀ ਸਰਕਾਰ ਦੇ ਮੁੱਖ ਮੰਤਰੀ ਦੇ ਬਾਹਰ ਅੱਗੇ ਕਿਵੇਂ ਖੜ ਗਏ? ਮੌਜੂਦਾ ਪ੍ਰਧਾਨ, ਮੌਜੂਦਾ ਕਮੇਟੀ ਜਿਹੜੀ ਦਿੱਲੀ ਕਮੇਟੀ ਆ, ਉਹਨਾਂ ਦੇ ਪ੍ਰਧਾਨ ਨੂੰ ਕਿਉਂ ਨਹੀਂ ਲਗਾਏ ਨਾਲ? ਜੇ ਦਿੱਲੀ 'ਚ ਹੀ ਜਾਣਾ ਸੀ, ਜਿਹੜੇ ਬਾਕੀ ਮੈਂਬਰ ਸੀ ਉਹਨਾਂ ਨੂੰ ਯਾਦ ਕਿਉਂ ਨਹੀਂ ਕੀਤਾ ਗਿਆ? 11 ਮੈਂਬਰੀ ਕਮੇਟੀ ਦੀ ਮੁੜ ਕੇ ਮੀਟਿੰਗ ਕਿਉਂ ਨਹੀਂ ਸੱਦੀ ਤੁਸੀਂ? ਕਿਉਂਕਿ ਤੁਹਾਡਾ ਸੁਖਬੀਰ ਸਿੰਘ ਬਾਦਲ ਜਿਹੜਾ ਆਕਾ, ਉਹ ਨਾਰਾਜ਼ ਹੋ ਰਿਹਾ ਤੁਹਾਡੇ ਨਾਲ ਕਿ ਉਹਨੂੰ ਇਸ ਕਮੇਟੀ 'ਚੋਂ ਬਾਹਰ ਕੱਢਣ ਵਾਸਤੇ ਕਹਿ ਦਿੱਤਾ ਸੀ, ਜਿਹਨੇ ਖੁਦ ਬੰਦੀ ਬਣਾਏ, ਜਿਹੜਾ ਬੰਦੀਆਂ ਦੇ ਨਾਂ ਤੇ ਸਰਵਾਈਵ ਹੋਣਾ ਚਾਹੁੰਦਾ ਸੀ। ਸੰਗਰੂਰ 'ਚ ਬੰਦੀਆਂ ਦੇ ਨਾਂ ਤੇ ਸਿਆਸਤ ਖੇਡਣ ਲੱਗਿਆ, ਜਿਹਨੂੰ ਸੰਗਰੂਰ ਦੇ ਲੋਕਾਂ ਨੇ ਨਕਾਰਤਾ। ਇਹ ਜੀ ਬੰਦੀ ਸਿੰਘਾਂ ਦੀ ਭੈਣ ਔਰ ਪੰਥ ਦੀ ਧੀ ਨੂੰ ਵੋਟਾਂ ਦਿਓ। ਮੈਂ ਪੁੱਛਣਾ ਚਾਹੁੰਦਾ ਗਿਆਨੀ ਹਰਪ੍ਰੀਤ ਸਿੰਘ ਜੀ, ਤੁਹਾਡੇ ਆਕਾ ਸਰਦਾਰ ਬਾਦਲ ਸਾਹਿਬ ਨੂੰ ਜਦੋਂ ਪਿਛਲੀਆਂ ਇਲੈਕਸ਼ਨਾਂ ਵੇਲੇ, ਜਦੋਂ ਉਹੀ ਬੀਬੀ ਪਟਿਆਲੇ ਤੋਂ ਇਲੈਕਸ਼ਨ ਲੜ ਰਹੀ ਸੀ ਮੈਂਬਰ ਆਫ ਪਾਰਲੀਮੈਂਟ ਦਾ, ਆਜ਼ਾਦ ਤੌਰ ਤੇ ਬੰਦੀਆਂ ਦੇ ਵੱਲੋਂ, ਤੇ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਇੱਕ ਕਾਂਗਰਸ ਪਾਰਟੀ ਦੇ ਵਿੱਚੋਂ ਦੀਪਿੰਦਰ ਸਿੰਘ ਢਿੱਲੋਂ ਨੂੰ ਅਕਾਲੀ ਦਲ ਜੁਆਇਨ ਕਰਾ ਕੇ ਤੇ ਉੱਥੇ ਕੈਂਡੀਡੇਟ ਬੀਬੀ ਦੇ ਸਾਹਮਣੇ ਖੜਾ ਕਰਤਾ ਸੀ ਕਿ ਉਦੋਂ ਪੰਥ ਦੀ ਧੀ ਨਜ਼ਰ ਨਹੀਂ ਆਈ, ਉਦੋਂ ਬੰਦੀ ਸਿੰਘ ਨਜ਼ਰ ਨਹੀਂ ਆਏ। ਅੱਜ ਜਦੋਂ ਪੰਥ ਤੇ ਪੰਜਾਬ ਨੇ ਨਕਾਰਤਾ ਤੇ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਅੰਦਰੋਂ ਤੇ ਸ਼੍ਰੋਮਣੀ ਕਮੇਟੀ ਦੇ ਅੰਦਰੋਂ ਜਦੋਂ ਬਗਾਵਤ ਦੀਆਂ ਸੁਰਾਂ ਉੱਠ ਰਹੀਆਂ ਨੇ ਤੇ ਇਹਨਾਂ ਨੂੰ ਬੰਦੀ ਸਿੰਘ ਚੇਤੇ ਆ ਗਏ, ਪੰਥ ਦੇ ਮਸਲੇ ਚੇਤੇ ਆ ਗਏ, ਤੇ ਤੁਹਾਨੂੰ ਵੀ ਆਪਣੇ ਆਕਾ ਨੂੰ ਪੌਲਿਸ਼ ਮਾਰਨੀ, ਆਕਸੀਜਨ ਦੇਣੀ, ਸਰਵਾਈਵ ਕਰਨਾ ਚੇਤੇ ਆ ਗਿਆ। ਗਿਆਨੀ ਜੀ, ਇਹਨਾਂ ਸੰਸਥਾਵਾਂ ਨੂੰ ਕਮਜ਼ੋਰ ਕੀਤਾ ਤੁਹਾਡੇ ਆਕਾ ਬਾਦਲ ਸਾਹਿਬ ਨੇ, ਬਾਦਲ ਪਰਿਵਾਰ ਨੇ। ਉਧਰ ਨੂੰ ਮੂੰਹ ਮੋੜੋ, ਉਹਨਾਂ ਨੂੰ ਹੱਥ ਜੋੜੋ ਜਾਂ ਹੁਕਮ ਕਰੋ ਕਿ ਉਹ ਪੰਥ ਦੀਆਂ ਇਹਨਾਂ ਸੰਸਥਾਵਾਂ ਦਾ ਖਹਿੜਾ ਛੱਡ ਕੇ ਘਰੇ ਜਾ ਕੇ ਬੈਠਣ। ਪੰਥ ਦੀਆਂ ਸੰਸਥਾਵਾਂ ਮਜ਼ਬੂਤ ਹੋਣਗੀਆਂ। ਇਹ ਨਿਘਾਰ ਵੱਲ ਉਹਨਾਂ ਦੀ ਸਰਪ੍ਰਸਤੀ 'ਚ ਗਈਆਂ। ਤਖਤਾਂ ਦੇ ਜਥੇਦਾਰਾਂ ਦਾ ਹੁਕਮ, ਸ਼੍ਰੋਮਣੀ ਕਮੇਟੀ ਪ੍ਰਧਾਨ ਦਾ ਫੈਸਲਾ ਕਦੇ ਕੋਈ ਦਰਕਨਾਰ ਨਹੀਂ ਸੀ ਕਰ ਸਕਦਾ। ਪਰ ਇਹ ਕਿਉਂ ਹੋਇਆ? ਕਿਉਂਕਿ ਇਹਨਾਂ ਨੇ ਇਹਨਾਂ ਸੰਸਥਾਵਾਂ ਨੂੰ ਰਖੇਲਾਂ ਦੀ ਤਰ੍ਹਾਂ ਵਰਤਿਆ ਤੇ ਇਹਨਾਂ ਸੰਸਥਾਵਾਂ ਦੇ ਆਗੂਆਂ ਨੂੰ ਚੌਕੀਦਾਰਾਂ ਦੀ ਤਰ੍ਹਾਂ ਵਰਤਿਆ। ਕੌਮ ਦੀਆਂ ਸੰਸਥਾਵਾਂ ਦਾ ਘਾਣ ਬਾਦਲ ਪਰਿਵਾਰ ਨੇ ਕੀਤਾ। 2-2 ਟਕਸਾਲਾਂ ਬਣਾਤੀਆਂ, 2-2 ਬੁੱਢੇ ਦਲ ਬਣਾਤੇ, 2-2 ਸੰਪਰਦਾਵਾਂ ਹੋਰ ਵੀ ਜਿਨ੍ਹਾਂ 'ਚ ਦਖਲਅੰਦਾਜ਼ੀ ਇਹਨਾਂ ਨੇ ਕੀਤੀ, ਵੰਡਿਆ। ਡਿਵਾਈਡ ਐਂਡ ਰੂਲ, ਪਾੜੋ ਤੇ ਰਾਜ ਕਰੋ। ਦੂਜੀਆਂ ਜਿਹੜੀਆਂ ਗੈਰ ਸਿੱਖ ਸੰਸਥਾਵਾਂ ਸੀ, ਉਹਨਾਂ ਜਿਹੜੇ ਸਾਡੇ ਸੰਤ 'ਚੋਂ ਸਿੱਖ ਪੰਥ 'ਚੋਂ ਬਾਹਰ ਨਿਕਲੇ, ਉਹਨਾਂ ਨੂੰ ਵਾਪਸ ਲਿਆਉਣਾ ਸੀ, ਪਰ ਉਹਨਾਂ ਨੂੰ ਜਾ ਕੇ ਤਗੜੇ ਕੀਤਾ ਕਿ ਤਗੜੇ ਰਹੋ, ਤੁਹਾਨੂੰ ਅੰਦਰ ਆਉਣ ਦੀ ਲੋੜ ਨਹੀਂ ਹੈ। ਜੇ ਅੱਜ ਅਸੀਂ ਯਤਨ ਕਰ ਰਹੇ ਹਾਂ ਉਹਨਾਂ ਨਾਲ, ਉਹਨਾਂ ਸੰਸਥਾਵਾਂ ਸੰਪਰਦਾਵਾਂ ਨਾਲ ਬੈਠ ਕੇ ਉਹਨਾਂ ਨੂੰ ਪੰਥ 'ਚ ਵਾਪਸੀ ਕਰਨ ਲਈ, ਤੇ ਇਹਨਾਂ ਦੇ ਮਿਰਚਾਂ ਲੜਦੀਆਂ ਨੇ। ਅੱਜ ਇਹਨਾਂ ਨੂੰ ਬਹੁਤ ਪੀੜ ਹੁੰਦੀ ਹੈ ਕਿ ਪੰਥ ਨੂੰ ਇਕੱਠੇ ਕਿਉਂ ਕੀਤਾ ਜਾ ਰਿਹਾ, ਇਕੱਤਰ ਕਿਉਂ ਕੀਤਾ ਜਾ ਰਿਹਾ, ਯਤਨ ਕਿਉਂ ਕੀਤੇ ਜਾ ਰਹੇ ਆ।
ਅੱਜ ਇਹ ਤੁਹਾਡੇ ਕਹਿੰਦੇ ਭਾਰਤੀ ਜਨਤਾ ਪਾਰਟੀ ਨੇ ਐ ਕਰਤਾ, RSS ਇਦਾਂ ਕਰ ਰਹੀ ਆ। 10 ਸਾਲ ਉਹਨਾਂ ਦੇ ਨਾਲ ਜਦੋਂ ਅਲਾਇੰਸ ਦਾ ਰਾਜ ਕਰਦੇ ਰਹੇ, RSS ਦੇ ਵੀ ਜਾ ਕੇ ਪੈਰਾਂ 'ਚ ਬਹਿੰਦੇ ਰਹੇ ਤੇ ਭਾਰਤੀ ਜਨਤਾ ਪਾਰਟੀ ਦੇ ਉਦੋਂ ਉਹ ਦੁੱਧ ਧੋਤੇ ਸੀਗੇ। ਮੈਂ ਇਹਨਾਂ ਨੂੰ ਪੁੱਛਦਾ, ਉਸ ਵੇਲੇ ਜਦੋਂ ਕੇਂਦਰ 'ਚ 2 ਵਾਰ ਮਿਨਿਸਟਰੀਆਂ ਲੈ ਲਈਆਂ ਤੁਹਾਡੇ ਆਕਾ ਨੇ ਪਰਿਵਾਰ ਵਾਸਤੇ, ਬਾਦਲ ਪਰਿਵਾਰ ਨੇ, ਉਦੋਂ ਉਹ ਦੁੱਧ ਧੋਤੇ ਸੀ ਵੀ ਅੱਜ ਮਾੜੇ ਹੋਏ ਆ ਉਹ। ਅੱਜ ਉਹਨਾਂ ਨੇ ਜਿਹੜਾ ਹੈਗਾ ਇਹ ਜਿਹੜੀਆਂ ਗੱਲਾਂ ਤੁਸੀਂ ਕਰ ਰਹੇ ਆ ਜਾਂ ਇਹ ਅਕਾਲੀ ਦਲ ਬਾਦਲ ਕਰ ਰਿਹਾ, ਬਾਦਲ ਪਰਿਵਾਰ ਕਰ ਰਿਹਾ, ਇਹ ਅੱਜ ਹੋਇਆ। ਅੱਜ ਵੀ ਦੋਗਲੀ ਨੀਤੀ, ਅੱਜ ਵੀ ਡਰਾਮੇਬਾਜ਼ੀਆਂ ਕਰ ਰਹੇ ਆ, ਰਾਜਨੀਤੀ ਕਰ ਰਹੇ ਆ। ਬੰਦੀ ਸਿੰਘ ਰਿਹਾ ਕਰਾਉਣੇ ਸੀ ਤੇ ਜਦੋਂ ਕਹਿੰਦੇ ਸਾਨੂੰ ਨੱਡਾ ਸਾਹਿਬ ਦਾ ਫੋਨ ਆ ਗਿਆ ਤੇ ਅਸੀਂ ਉਹਨਾਂ ਦੇ ਕੈਂਡੀਡੇਟ ਜਿਹੜਾ ਭਾਰਤੀ ਜਨਤਾ ਪਾਰਟੀ ਦਾ ਰਾਸ਼ਟਰਪਤੀ ਮੈਡਮ ਦ੍ਰੋਪਦੀ ਮੁਰਮੂ ਨੂੰ ਅਸੀਂ ਵੋਟ ਪਾਵਾਂਗੇ, ਉਦਣ ਬਿਨਾਂ ਸ਼ਰਤ ਵੋਟ ਕਿਉਂ ਪਾਈ? ਉਦਣ ਬੰਦੀ ਸਿੰਘਾਂ ਦੀ ਗੱਲ ਕਿਉਂ ਨਹੀਂ ਰੱਖੀ? ਉਦਣ ਗੋਡੇ ਰਗੜ ਕੇ, ਨੱਕ ਰਗੜ ਕੇ ਕਿਉਂ ਗਏ ਬਾਦਲ ਪਰਿਵਾਰ ਦਿੱਲੀ ਕੋਲੇ? ਉਦਣ ਕਿਉਂ ਨਹੀਂ ਕਿਹਾ ਕਿ ਬੰਦੀ ਸਿੰਘ ਰਿਹਾ ਕਰੋ, ਆ ਪੰਥ ਦੇ ਮਸਲੇ ਔਰ ਹੱਲ ਕਰੋ, ਅਸੀਂ ਵੋਟਾਂ ਦੇ ਦਿਆਂਗੇ? ਵੋਟਾਂ ਤਾਂ ਬਿਨਾਂ ਸ਼ਰਤ ਪਾਤੀਆਂ ਤੇ ਹੁਣ ਤਖਤੀਆਂ ਲੈ ਕੇ ਦੋਨੇ ਮੀਆਂ ਬੀਬੀ ਪਾਰਲੀਮੈਂਟ ਦੇ ਬਾਹਰ ਖੜੇ ਆ। ਹੁਣ ਉਧਰ ਨੂੰ ਕੋਈ ਮੂੰਹ ਨਹੀਂ ਕਰਦਾ ਇਹਨਾਂ ਵੱਲ ਨੂੰ, ਸਿਰਫ ਡਰਾਮੇਬਾਜ਼ੀ। ਉਧਰੋਂ ਵੀ ਸੱਚੇ ਹੋ ਗਏ ਕਿ ਅਸੀਂ ਤਾਂ ਬਿਨਾਂ ਸ਼ਰਤ ਤੁਹਾਨੂੰ ਵੋਟ ਦਿੱਤੀ ਆ, ਤੇ ਇਧਰ ਤਖਤੀਆਂ ਫੜ ਕੇ ਪੰਥ ਕੋਲ, ਕੌਮ ਕੋਲੇ ਸੱਚੇ ਹੋਣ ਵਾਸਤੇ ਵੀ ਆਹ ਦੇਖੋ ਜੀ ਅਸੀਂ ਤਾਂ ਪਾਰਲੀਮੈਂਟ ਦੇ ਬਾਹਰ ਤੇ ਅੰਦਰ ਅਸੀਂ ਤਖਤੀਆਂ ਫੜ ਕੇ ਬੰਦੀ ਸਿੰਘਾਂ ਦੀ ਰਿਹਾਈ ਮੰਗ ਰਹੇ ਆ। ਗਿਆਨੀ ਹਰਪ੍ਰੀਤ ਸਿੰਘ ਜੀ, ਇਹ ਤੁਹਾਡੇ ਆਕਾ ਬਾਦਲਾਂ ਦਾ ਦੋਹਰਾ ਕਿਰਦਾਰ ਆ, ਜਿਹਨੂੰ ਪੰਥ ਪਛਾਣ ਚੁੱਕਿਆ, ਸਾਰੇ ਰਾਜਨੀਤਿਕ ਵੀ ਸਭ ਧਿਰਾਂ ਪਛਾਣ ਚੁੱਕੀਆਂ ਨੇ ਕਿ ਬਾਦਲ ਪਰਿਵਾਰ ਕੀ ਕਰ ਰਿਹਾ। ਇਹ ਤਾਂ ਕਰਕੇ ਕੋਈ ਸਮਾਂ ਨਹੀਂ ਦੇ ਰਿਹਾ ਇਹਨਾਂ ਨੂੰ। ਤੁਸੀਂ ਵੀ ਇਹ ਕਮੇਟੀ 'ਚ ਪਾ ਕੇ ਉਹਨਾਂ ਨੂੰ ਸਰਵਾਈਵ ਕਰਨ ਦੀ ਕੋਸ਼ਿਸ਼ ਕੀਤੀ ਹੈ, ਤਾਂ ਕਰਕੇ ਸਮਾਂ। ਅੱਜ ਸੁਖਬੀਰ ਸਿੰਘ ਬਾਦਲ ਨੂੰ ਬਾਹਰ ਕਰ ਦਿਓ, ਮੈਂ ਸਮਝਦਾ ਕਿਸੇ ਦੀ ਕੀ ਜ਼ਰੂਰਤ ਆ ਵੀ ਕੋਈ ਸਮਾਂ ਨਾ ਦੇ। ਦਿੱਲੀ ਦਾ ਮੁੱਖ ਮੰਤਰੀ ਸਮਾਂ ਨਾ ਦੇ, ਕਿਉਂ ਨਹੀਂ ਦਊ? ਪਰ ਉਹਨਾਂ ਨੂੰ ਵੀ ਪਤਾ ਵੀ ਇਹ ਬੰਦੀਆਂ ਦੇ ਨਾਂ ਤੇ ਰਾਜਨੀਤੀ ਕਰਨਾ ਚਾਹੁੰਦੇ ਆ। ਬੰਦੀ ਸਿੰਘ ਰਿਹਾ ਹੋਣੇ ਚਾਹੀਦੇ ਆ। 25 30 ਸਾਲ ਹੋ ਗਏ ਉਹਦੇ ਲਈ ਸੰਸਥਾਵਾਂ ਲੱਗੀਆਂ, ਧਰਨੇ ਮੁਜ਼ਾਹਰੇ ਮੋਰਚੇ ਚੱਲ ਰਹੇ ਆ, ਗੱਲਬਾਤ ਵੀ ਚੱਲ ਰਹੀ। ਅਸੀਂ ਹਰਿਆਣਾ ਦੇ ਮੁੱਖ ਮੰਤਰੀ ਨਾਲ ਵੀ ਗੱਲ ਕੀਤੀ, ਅਸੀਂ ਕੇਂਦਰ ਦੇ ਚੇਅਰਮੈਨ ਜਿਹੜੇ ਘੱਟ ਗਿਣਤੀ ਕਮਿਸ਼ਨ ਦੇ ਉਹਨਾਂ ਦੇ ਨਾਲ ਵੀ ਅਸੀਂ ਗੱਲ ਕੀਤੀ ਆ, SC ST ਕਮਿਸ਼ਨ ਦੇ ਚੇਅਰਮੈਨ ਉਹਨਾਂ ਨਾਲ ਗੱਲ ਕੀਤੀ, ਕੇਂਦਰੀ ਮੰਤਰੀਆਂ ਨਾਲ ਗੱਲ ਕੀਤੀ ਆ, ਔਰ ਚਿੱਠੀ ਪ੍ਰਧਾਨ ਮੰਤਰੀ ਗ੍ਰਹਿ ਮੰਤਰੀ ਨੂੰ ਲਿਖੀ ਆ। ਬਕਾਇਦਾ ਹਰਿਆਣਾ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਐਗਜ਼ੈਕਟਿਵ ਦੀ ਮੀਟਿੰਗ 'ਚ ਮਤਾ ਪਾਸ ਕੀਤਾ ਕਿ ਬੰਦੀ ਰਿਹਾ ਕੀਤੇ ਜਾਣ, ਪੰਥ ਦੇ ਮਸਲੇ ਹੱਲ ਕੀਤੇ ਜਾਣ, ਚਾਹੇ ਗੁਰਦੁਆਰਾ ਗਿਆਨ ਗੋਦੜੀ, ਗੁਰਦੁਆਰਾ ਡਾਂਗਮਾਰ ਸਾਹਿਬ, ਇਹ ਮਸਲੇ ਹੱਲ ਕੀਤੇ ਜਾਣ। ਪਰ ਤੁਸੀਂ ਜਿਹੜਾ ਹੈਗਾ ਇਹ ਤੁਹਾਡੇ ਆਕਾ ਨੇ ਇੱਥੋਂ ਤੱਕ ਇਹਨਾਂ ਸੰਸਥਾਵਾਂ ਨੂੰ ਲਗਾਏ। ਅੱਜ ਵੀ ਬੰਦੀਆਂ, ਰਹਿਮ ਕਰੋ ਬੰਦੀਆਂ ਤੇ, ਤੁਸੀਂ ਬੰਦੀ ਸਿੰਘਾਂ ਦੇ ਉੱਤੇ ਰਹਿਮ ਕਰੋ। ਬਾਦਲ ਸਾਹਿਬ, ਤੁਸੀਂ ਰਾਜਨੀਤੀ ਕਰ ਰਹੇ ਸੀਗੇ, ਸੰਗਰੂਰ ਦੇ ਲੋਕਾਂ ਨੇ ਨਕਾਰਿਆ ਤੁਹਾਨੂੰ, ਰਹਿਮ ਕਰੋ ਬੰਦੀਆਂ ਤੇ। ਕੀ ਸੁਨੇਹਾ ਦਿੱਤਾ? ਮੈਂ 10 ਦਿਨ ਪਹਿਲਾਂ ਕਹਿਤਾ ਸੀ ਕਿ ਸੁਨੇਹਾ ਇਹ ਦਿਓਗੇ ਜਦੋਂ ਵੋਟਾਂ ਤੇ 5ਵੇਂ ਨੰਬਰ ਤੇ ਆਓਗੇ ਤੇ ਕੀ ਵੀ ਬੰਦੀ ਸਿੰਘਾਂ ਦੇ ਨਾਲ ਨਹੀਂ ਕੋਈ? ਸਾਰਾ ਪੰਜਾਬ ਬੰਦੀ ਸਿੰਘਾਂ ਦੀ ਰਿਹਾਈ ਚਾਹੁੰਦਾ, ਦੁਨੀਆ 'ਚ ਵਸਦੇ ਸਿੱਖ ਬੰਦੀ ਸਿੰਘਾਂ ਦੀ ਰਿਹਾਈ ਚਾਹੁੰਦੇ, ਸਾਡੇ ਹਰਿਆਣੇ 'ਚ ਵਸਦੇ ਵੀ ਸਿੱਖ ਤੇ ਗੈਰ ਸਿੱਖ ਇਨਸਾਫ ਪਸੰਦ ਬੰਦੀ ਸਿੰਘਾਂ ਦੀ ਰਿਹਾਈ ਚਾਹੁੰਦੇ ਆ। ਪਰ ਇਹ ਤੁਹਾਡੀਆਂ ਡਰਾਮੇਬਾਜ਼ੀਆਂ, ਤੁਹਾਡੀਆਂ ਦੋਗਲੀਆਂ ਨੀਤੀਆਂ ਕਾਰਨ ਕਰਕੇ ਸਾਡੇ ਬੰਦੀ ਸਿੰਘ ਅੰਦਰ, ਜਦੋਂ ਤੁਸੀਂ ਸੱਤਾ ਸੀ ਰਿਹਾ ਕਰਨੇ ਸੀ, ਉਦੋਂ ਤੇ ਬਾਪੂ ਸੂਰਜ ਸਿੰਘ ਨੂੰ ਵੀ ਬੰਦੀ ਬਣਾਤਾ ਤੁਸੀਂ। ਉਦੋਂ ਤੇ ਪ੍ਰੋਫੈਸਰ ਦਵਿੰਦਰਪਾਲ ਵੀ ਤੁਹਾਨੂੰ ਕਾਤਲ ਤੇ ਅੱਤਵਾਦੀ ਲੱਗਦਾ ਸੀਗਾ। ਅੱਜ ਪੈਰਾਂ ਥੱਲੋਂ ਸਿਆਸੀ ਜ਼ਮੀਨ ਖਿਸਕ ਗਈ, ਕੰਧਾਂ 'ਚ ਵੱਜਦੇ ਫਿਰਦੇ ਹੋ। ਅੱਜ ਅਕਾਲੀ ਦਲ ਦੀ ਪ੍ਰਧਾਨਗੀ ਤੋਂ ਲਾਉਣ ਲਈ ਤੁਹਾਡੇ ਅੰਦਰੋਂ ਬਗਾਵਤ ਹੋ ਰਹੀ ਆ, ਤੇ ਅੱਜ ਤੁਹਾਨੂੰ ਬੰਦੀ ਸਿੰਘ ਚੇਤੇ ਆ ਗਏ, ਪੰਥ ਦੇ ਮਸਲੇ ਚੇਤੇ ਆ ਗਏ। ਅੱਜ ਕਹਿੰਦੇ ਹੋ ਸਿੱਖੀ ਕਮਜ਼ੋਰ। ਅੱਜ ਬਲਟੋਆ ਸਵੇਰੇ ਬੋਲ ਰਿਹਾ ਸੀ ਟੀਵੀ ਚੈਨਲਾਂ ਤੇ, ਇਹ ਸਿੱਖੀ ਕਮਜ਼ੋਰ ਹੋ ਗਈ। ਕਿੰਨੇ ਕੀਤੀ ਆ? ਕਿਤੇ ਪੁੱਛੋ ਆਪਣੇ ਆਕਾ ਜਿਨ੍ਹਾਂ ਦੀਆਂ ਚੱਪਲਾਂ ਝਾੜਨ ਤੋਂ ਤੁਹਾਨੂੰ ਵੇਲ ਨਹੀਂ ਆ। ਕਹਿੰਦੇ ਇਹ ਜਥੇਦਾਰ ਨੇ ਮੁਆਫੀ ਮੰਗ ਲਈ ਸੀ, ਮਾਫੀਨਾਮਾ ਜਿਹੜਾ ਸੌਦਾ ਸਾਧ ਨੂੰ ਦਿੱਤਾ, ਕੱਲ ਨੂੰ ਤੁਸੀਂ ਵੀ ਮੰਗ ਲਓਗੇ। ਅੱਜ ਤੁਹਾਨੂੰ ਬਾਦਲਾਂ ਦੀਆਂ ਚੱਪਲਾਂ ਝਾੜਨ ਤੋਂ ਵੇਲ ਨਹੀਂ ਆ, ਕੱਲ ਨੂੰ ਤਾਂ ਤੁਸੀਂ ਵੀ ਮਾਫੀ ਮੰਗ ਲਓਗੇ। ਤੁਸੀਂ ਵੀ ਕਹੋਗੇ ਮੈਂ ਹਰਮੰਦਰ ਸਾਹਿਬ ਤੋਂ ਬਾਹਾਂ ਖੜੀਆਂ ਕਰਕੇ ਆ ਗਿਆ ਸੀ ਜੀ, ਜਦੋਂ ਹਮਲਾ ਹੋਇਆ ਮੈਨੂੰ ਮੁਆਫੀ ਦੇ ਦਿਓ। ਕਹੋਗੇ ਵੀ ਮੈਨੂੰ ਮੁਆਫੀ ਦੇ ਦਿਓ, ਮੈਂ ਬਾਦਲਾਂ ਨੂੰ ਪਛਾਣ ਨਹੀਂ ਸਕਿਆ, ਹੁਣ ਮੈਂ ਪਛਾਣ ਗਿਆ ਬਾਦਲਾਂ ਨੂੰ। ਜਿਵੇਂ ਉਹਨਾਂ ਜਥੇਦਾਰਾਂ ਨੇ ਬਿਆਨ ਦੇ ਕੇ ਕਹਿਤਾ ਜੀ ਸਾਡੇ ਤੋਂ ਐ। ਮੈਂ ਤੁਹਾਨੂੰ ਪੁੱਛਦਾ ਗਿਆਨੀ ਹਰਪ੍ਰੀਤ ਸਿੰਘ ਜੀ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਪੁੱਛੋ, ਇਹਨਾਂ ਨੇ ਉਹ ਐਗਜ਼ੈਕਟਿਵ ਦਾ ਮਤਾ ਰੱਦ ਕਰ ਦਿੱਤਾ ਜਿਹਦੇ ਵਿੱਚ ਇਹਨਾਂ 90-95 ਲੱਖ ਦੇ ਇਸ਼ਤਿਹਾਰ ਆਪਣਾ ਸੌਦਾ ਸਾਧ ਦੀ ਮਾਫੀਨਾਮੇ ਨੂੰ ਸਹੀ ਮੰਨਣ ਵਾਸਤੇ ਅਖਬਾਰਾਂ ਤੇ ਟੀਵੀ ਚੈਨਲਾਂ ਨੂੰ ਦਿੱਤੇ ਸੀਗੇ। ਪੁੱਛੋ ਇਹਨਾਂ ਨੂੰ। ਗਿਆਨੀ ਹਰਪ੍ਰੀਤ ਸਿੰਘ ਜੀ, ਸੁਖਬੀਰ ਸਿੰਘ ਬਾਦਲ ਨੂੰ ਅਕਾਲ ਤਖਤ ਸਾਹਿਬ ਤੇ ਤਲਬ ਕਰਕੇ ਪੁੱਛੋ ਹਾਂ ਕਿ ਇਹਨੇ ਹੋਲੀ ਵਾਲੇ ਦਿਨ ਜਿਹੜਾ ਮੂੰਹ ਸਿਰ ਬਣਾਇਆ ਹੋਇਆ ਸੀ, ਇਹਦੇ ਕਕਾਰ ਕਿੱਥੇ ਸੀਗੇ? ਇਹ ਕਹਿੰਦਾ ਮੈਂ 5 ਪਿਆਰਿਆਂ ਤੋਂ ਅੰਮ੍ਰਿਤ ਛਕਿਆ। ਪੁੱਛੋ ਹਾਂ ਜਰਾ, ਪੁੱਛੋ ਇਹਨਾਂ ਨੂੰ ਕਿ ਸਾਡੇ
शनि देवते ਨੂੰ ਮੰਨਣ ਵਾਲੇ ਸਾਡੇ ਵੀਰ शनि देवते ਦੀ ਪੂਜਾ ਕਰਨ, ਕੋਈ ਇਤਰਾਜ਼ ਨਹੀਂ, ਪਰ ਇਹ शनि देवते ਨੂੰ ਜਾ ਕੇ ਤੇਲ ਦੇ ਰਿਹਾ ਸੀ। ਜਾ ਕੇ ਪੁੱਛੋ ਇਹਨਾਂ ਨੂੰ ਕਿ ਤੁਸੀਂ ਆ ਗੁਰਮਰਿਆਦਾ ਤੋਂ ਉਲਟ ਕਿਵੇਂ ਚਲੇ ਗਏ। ਅਕਾਲੀ ਦਲ ਦੇ ਨਾਲੇ ਪੰਥ ਦੇ ਤੁਸੀਂ ਕਹਿੰਦੇ ਅਸੀਂ ਤਾਂ ਖੈਰ ਖਵਾਹ ਆ, ਅਕਾਲੀ ਦਲ ਪੰਥ ਆ ਤੇ ਪੰਥ ਦੇ ਅਸੀਂ ਠੇਕੇਦਾਰ ਆ। ਇਹਨਾਂ ਨੂੰ ਪੁੱਛੋ ਗਿਆਨੀ ਹਰਪ੍ਰੀਤ ਸਿੰਘ ਜੀ, ਇਹਨਾਂ ਨੇ ਬਰਗਾੜੀ ਬੇਅਦਬੀ ਕਾਂਡ ਦੇ ਦੋਸ਼ੀਆਂ ਨੂੰ ਕਿਉਂ ਬਚਾਇਆ, ਕਿਉਂ ਪਨਾਹ ਦਿੱਤੀ, ਕਿਉਂ ਸਤਰ ਛਾਇਆ ਦਿੱਤੀ। ਪੁੱਛੋ ਇਹਨਾਂ ਨੂੰ ਵੀ ਬਾਈਬਲ ਗੋਲੀ ਕਾਂਡ ਦਾ ਹੁਕਮ ਕਿਹਨੇ ਦਿੱਤਾ ਸੀਗਾ। ਪੁੱਛੋ ਇਹਨਾਂ ਨੂੰ ਕੋਟਕਪੂਰੇ ਇਨਸਾਫ ਮੰਗਦੇ, ਸਤਨਾਮ ਵਾਹਿਗੁਰੂ ਦਾ ਜਾਪ ਕਰਦੇ ਸਿੱਖਾਂ ਤੇ ਡਾਂਗਾਂ ਤੇ ਗੰਦੇ ਪਾਣੀ ਦੀਆਂ ਵਿਛਾੜਾਂ ਕਿਹਨੇ ਹੁਕਮ ਦਿੱਤਾ ਸੀਗਾ। 2 ਸਿੰਘ ਸ਼ਹੀਦ ਹੋ ਗਏ, ਕਿਹਨੇ ਹੁਕਮ ਦਿੱਤਾ ਸੀਗਾ। ਚੌੜ ਸਿੱਧਵਾਂ ਵਾਲਾ ਸ਼ਹੀਦ ਹੋ ਗਿਆ, ਕਿਹਨੇ ਹੁਕਮ ਦਿੱਤਾ ਸੀਗਾ। ਸੌਦਾ ਸਾਧ ਦਾ ਜਿਹੜਾ ਪਰਚਾ ਸਿੱਖ ਭਾਵਨਾਵਾਂ ਭੜਕਾਉਣ ਦਾ ਬਠਿੰਡੇ ਰੱਦ ਕਰਵਾਇਆ ਬਾਦਲ ਪਰਿਵਾਰ ਨੇ ਵੋਟਾਂ ਲੈਣ ਖਾਤਰ। ਪੁੱਛੋ ਹੈ ਇਹਨਾਂ ਨੂੰ, ਪੁੱਛੋ ਇਹਨਾਂ ਨੇ ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਨੂੰ ਪਿੱਠ ਦਿੱਤੀ ਸੀ। ਕੌਣ ਪੁੱਛੂਗਾ ਇਹਨਾਂ ਨੂੰ। ਇੱਧਰ ਨੂੰ ਤਾਂ ਤੁਸੀਂ ਮੂੰਹ ਨਹੀਂ ਕਰਦੇ, ਤਾਂ ਹੀ ਪੰਥ ਤੁਹਾਡੇ ਤੇ ਭਰੋਸਾ ਨਹੀਂ ਕਰਦਾ। ਤੁਸੀਂ ਗੱਲਾਂ ਜਿਹੜੀਆਂ ਕੀਤੀਆਂ ਸਹੀ ਕੀਤੀਆਂ, ਪਰ ਪੰਥ ਭਰੋਸਾ ਕਿਉਂ ਨਹੀਂ ਕਰਦਾ? ਕਿਉਂਕਿ ਤੁਸੀਂ ਜਿਹੜਾ ਇਹਨਾਂ ਨੂੰ ਬਾਦਲਾਂ ਨੂੰ ਪੁੱਛਦੇ ਹੀ ਨਹੀਂ ਆ। ਇਹਨਾਂ ਨੂੰ ਕਟਹਿਰੇ 'ਚ ਖੜਾ ਕਰੋ, ਅਕਾਲ ਤਖਤ ਸਾਹਿਬ ਤੇ ਤਲਬ ਕਰੋ। ਇਹਨਾਂ ਨੂੰ ਪੁੱਛੋ ਵੀ ਜਦੋਂ ਸਿੱਖੀ ਦਾ ਪ੍ਰਚਾਰ ਕਰਦਾ ਸੀ ਦਾਦੂਵਾਲ ਸਰਸੇ ਵਾਲੇ ਦੇ ਖਿਲਾਫ, ਉਹਦੀਆਂ ਜਿਹੜਾ ਉਹਦੇ ਨਾਲ ਵਿਚਾਰਧਾਰਕ ਲੜਾਈ ਲੜ ਰਿਹਾ ਸੀ, ਤੁਸੀਂ ਝੂਠੇ ਮੁਕੱਦਮੇ ਪਾ ਕੇ ਅੰਦਰ ਕਿਉਂ ਕਰਦੇ ਰਹੇ ਆ। ਮੇਰੇ ਕੋਲ ਤਾਂ ਜੱਜਮੈਂਟਾਂ ਪਈਆਂ ਜਿਨ੍ਹਾਂ 'ਚ ਮੈਂ ਬਾਇਜ਼ਤ ਬਰੀ ਹੋਇਆ ਤੇ ਜੱਜ ਨੇ ਲਿਖਿਆ ਦਿਸ ਕੇਸ ਇਜ਼ ਟੋਟਲੀ ਫਾਲਸ ਕੇਸ। ਮਾਨਸਾ ਜੱਜ ਦੀ ਜੱਜਮੈਂਟ ਕਿ ਦਿਸ ਕੇਸ ਇਜ਼ ਟੋਟਲੀ ਫਾਲਸ ਕੇਸ। ਪੁਲਿਸ ਨੇ ਆਪਣੇ ਪੋਲੀਟੀਕਲ ਬੌਸ ਨੂੰ ਖੁਸ਼ ਕਰਨ ਵਾਸਤੇ ਸਰਕਾਰੀ ਮਸ਼ੀਨਰੀ ਤੇ ਸਰਕਾਰੀ ਪਾਵਰ ਦਾ ਮਿਸਯੂਜ਼ ਕੀਤਾ। ਸਰਕਾਰ ਕੌਣ ਸੀ? ਸਰਦਾਰ ਸੁਖਬੀਰ ਸਿੰਘ ਬਾਦਲ, ਸਰਦਾਰ ਪ੍ਰਕਾਸ਼ ਸਿੰਘ ਬਾਦਲ। ਤੇ ਤੁਸੀਂ ਇਹ ਜਿਹੜਾ ਸਾਰਾ ਕੁਝ ਕਰਨ ਵਾਲੇ ਬਾਦਲ, ਉਹਨਾਂ ਨੂੰ ਤਾਂ ਤੁਸੀਂ ਪੁੱਛਦੇ ਨਹੀਂ। ਕੌਮ ਭਰੋਸਾ ਕਿਵੇਂ ਕਰੇ ਤੁਹਾਡੇ ਤੇ? ਪੁੱਛੋ ਇਹਨਾਂ ਨੂੰ, ਕਟਹਿਰੇ 'ਚ ਖੜਾ ਕਰੋ। ਇਹਨਾਂ ਨੂੰ ਪੁੱਛੋ ਵੀ ਤੁਹਾਡੇ ਕੋਲੇ, ਤੁਸੀਂ ਸ਼੍ਰੋਮਣੀ ਕਮੇਟੀ, ਤੁਹਾਡੇ ਕੋਲ ਤੱਕ ਕੋਈ ਸਿੱਖ ਚੰਗਾ ਨਹੀਂ ਹੈਗਾ ਜਿਹੜਾ ਅਕਾਲ ਤਖਤ ਦਾ ਜਥੇਦਾਰ ਜਾਂ ਦਮਦਮੇ ਦਾ ਲਾਇਆ ਜਾਵੇ। ਤੁਹਾਨੂੰ 2 ਥਾਵਾਂ ਤੇ ਲਟਕਾਇਆ ਹੋਇਆ, ਤੁਹਾਡੀ ਇੱਕ ਲੱਤ ਦਮਦਮਾ ਸਾਹਿਬ ਤੇ ਦੂਜੀ ਅਕਾਲ ਤਖਤ ਤੇ ਰਹਿੰਦੀ ਹੈ। ਤੁਸੀਂ ਜਾਂ ਅਕਾਲ ਤਖਤ ਦੇ ਜਥੇਦਾਰ ਬਣ ਜਾਓ ਸ਼੍ਰੋਮਣੀ ਕਮੇਟੀ ਵੱਲੋਂ, ਜਾਂ ਤਖਤ ਦਮਦਮਾ। ਇਹਨਾਂ ਨੂੰ ਪੁੱਛੋ ਕੋਈ ਚੰਗਾ ਸਿੱਖ ਨਹੀਂ ਹੈਗਾ ਸਿੱਖ ਪੰਥ ਦੇ ਅੰਦਰ ਜਿਹਨੂੰ ਦੂਜੇ ਤਖਤ ਦਾ ਜਥੇਦਾਰ ਲਾਇਆ ਜਾਵੇ। ਕੀ ਹਾਲਾਤ ਇਹਨਾਂ ਦੇ, ਕੀ ਜਥੇਦਾਰਾਂ ਦਾ ਇਹਨਾਂ ਨੇ ਚੌਕੀਦਾਰਾਂ ਨਾਲੋਂ ਵੱਧ ਕੋਠੀ 'ਚ ਸੱਦ ਕੇ ਤੇ ਗਿੱਦੜ ਚਿੱਠੀਆਂ ਦੇ ਕੇ ਤੇ ਰਿਹਾਈਆਂ ਦੇ ਹੁਕਮ ਆਪਣਾ ਮਾਫੀਨਾਮਿਆਂ ਦੇ ਹੁਕਮ ਕਰਦੇ ਰਹੇ। ਕੌਣ ਪੁੱਛੂ ਇਹਨਾਂ ਨੂੰ? ਸੋ ਮੈਂ ਇੱਕੋ ਗੱਲ ਕਹਿਣੀ ਚਾਹੁੰਦਾ ਗਿਆਨੀ ਹਰਪ੍ਰੀਤ ਸਿੰਘ ਜੀ, ਇਹ ਸੰਸਥਾਵਾਂ ਬਿਲਕੁਲ ਕਮਜ਼ੋਰ ਹੋਈਆਂ, ਪਰ ਕੀਤੀਆਂ ਤੁਹਾਡੇ ਆਕਾ ਸਰਦਾਰ ਪ੍ਰਕਾਸ਼ ਸਿੰਘ ਬਾਦਲ, ਸਰਦਾਰ ਸੁਖਬੀਰ ਸਿੰਘ ਬਾਦਲ, ਬਾਦਲ ਪਰਿਵਾਰ ਨੇ ਆ। ਤੇ ਅੱਜ ਵੀ ਜਿਹੜਾ ਪੰਥ ਦਾ ਉਹ ਹੁਣ ਬਚ ਜੂਗਾ। ਬਾਦਲ ਪਰਿਵਾਰ ਨੂੰ ਘਰੇ ਭੇਜ ਦਿਓ ਤੇ ਜਿਹੜੇ ਪੁਸਤ ਪਣਾਈਆਂ ਕਰ ਰਹੇ, ਚੱਪਲਾਂ ਝਾੜ ਰਹੇ, ਉਹ ਵੀ ਇਸ ਗੱਲ ਤੋਂ ਬਾਜ ਆ ਜਾਓ। ਰੱਬ ਨੇ ਵੀ, ਗੁਰੂ ਨੇ ਵੀ, ਜਿਸ ਨੇ ਪੰਥ ਵਸੇ ਮੈਂ ਉਜੜਾ ਮਨ ਚਾਓ ਘਨੇਰਾ, ਜਿਹਨੇ ਸਰਬੰਸ ਵਾਰਿਆ ਉਹਨੇ ਵੀ ਤੁਹਾਨੂੰ ਮਾਫ ਨਹੀਂ ਜੇ ਕਰਨਾ। ਇਹ ਸਾਰੀਆਂ ਸੰਸਥਾਵਾਂ ਇਹਨਾਂ ਨੇ ਕਮਜ਼ੋਰ ਕੀਤੀਆਂ। ਹਰ ਸਿੱਖ ਜਿਹੜਾ ਇਹਨਾਂ ਸੰਸਥਾਵਾਂ ਨੂੰ, ਇਹਨਾਂ ਜਿਹੜੇ ਸਾਡੇ ਇੰਸਟੀਟਿਊਸ਼ਨ ਸਿਧਾਂਤ, ਇਹਨਾਂ ਨੂੰ ਮਜ਼ਬੂਤ ਕਰਨ ਵਾਲੇ ਪਾਸੇ ਆਪਣਾ ਦਿਨ ਰਾਤ ਲਾ ਰਿਹਾ। ਪਰ ਇਹ ਤੁਹਾਡੇ ਬਾਦਲ ਸਾਹਿਬ ਹੀ ਆ ਜਿਹੜੇ ਇਹਨਾਂ ਨੂੰ ਕਮਜ਼ੋਰ, ਜਿਨ੍ਹਾਂ ਨੇ ਕੀਤਾ ਤੇ ਕਰ ਰਹੇ ਆ। ਅੱਜ ਵੀ ਪੰਥ ਵਿਰੋਧੀਆਂ ਦੀ ਪੁਸਤ ਪਣਾਈ। ਤੁਸੀਂ ਪੁੱਛਿਆ ਇਹਨਾਂ ਨੂੰ ਕਿ ਜਿਹੜੇ ਨਿੱਤ ਸੰਤ ਜਰਨੈਲ ਸਿੰਘ ਦੇ ਪੋਸਟਰ ਛਾੜਦੇ ਆ ਪੰਜਾਬ ਦੇ ਅੰਦਰ 6 ਜੂਨ ਨੂੰ, ਇੰਨਾ ਉਦੋਂ ਮੂਲ ਮਚਾਉਂਦੇ, ਇਹਨਾਂ ਨੇ ਤਾਂ ਵੋਟਾਂ 'ਚ ਉਹਨਾਂ ਨਾਲ ਵੀ ਸਮਝੌਤਾ ਕਰ ਲਿਆ ਸੀਗਾ। ਇਹਨਾਂ ਦੇ ਨਾਲ ਹੀ ਤੁਰੇ ਫਿਰਦੇ ਸੀ ਉਹ ਸਰਦਾਰ ਸੁਖਬੀਰ ਸਿੰਘ ਬਾਦਲ ਦੇ ਨਾਲ। ਤੁਸੀਂ ਪੁੱਛਿਆ ਇਹਨਾਂ ਨੂੰ? ਕਿਸੇ ਦੀ ਕੋਈ ਭਾਵਨਾ ਹੋ ਸਕਦੀ ਹੈ, ਕਿਸੇ ਦਾ ਕੋਈ ਵਖਰੇਵਾ ਹੋ ਸਕਦਾ, ਉਹਨੂੰ ਮੁਬਾਰਕ ਆ। ਪਰ ਇਹਨਾਂ ਨੂੰ ਪੁੱਛੋ, ਇਹ ਕਹਿੰਦੇ ਅਸੀਂ ਪੰਥ ਦੇ ਖੈਰ ਖਵਾਂ। ਇਹਨਾਂ ਨੇ ਉਹ ਜਿਹੜੇ ਸੰਤ ਜਰਨੈਲ ਸ੍ਰੀ ਅਕਾਲ ਤਖਤ ਸਾਹਿਬ ਤੋਂ ਤਾਂ 20ਵੀਂ ਸਦੀ ਦੇ ਮਹਾਨ ਸਿੱਖ ਦਾ ਖਿਤਾਬ ਦਿੱਤਾ ਹੋਇਆ ਉਹਨਾਂ ਨੂੰ। ਸ਼ਹੀਦੀ ਯਾਦਗਾਰ ਦਰਬਾਰ ਸਾਹਿਬ ਕੰਪਲੈਕਸ 'ਚ ਬਣੀ ਹੋਈ ਆ, ਤੇ ਜਿਹੜੇ ਉਹਨਾਂ ਦੇ ਪੁਤਲੇ ਸਾੜਦੇ ਬਣਾ ਕੇ, ਉਹਨਾਂ ਦੀਆਂ ਤਸਵੀਰਾਂ ਸਾੜਦੇ, ਉਹਨਾਂ ਨਾਲ ਇਹਨਾਂ ਨੇ ਵੋਟਾਂ 'ਚ ਅਲਾਇੰਸ ਕੀਤਾ। ਇਹ ਕਹਿੰਦੇ ਬੜਾ ਬਲ ਮਿਲ ਗਿਆ, ਹੁਣ ਤਾਂ ਜਿੱਤ ਯਕੀਨੀ ਹੈ, ਜਿੱਤ ਪੱਕੀ ਆ। ਤੇ ਜਿੱਤ ਦੇਖ ਲਓ ਕਿੱਧਰ ਹੋਈ ਆ। ਪੁੱਛਿਆ ਤੁਸੀਂ ਇਹਨਾਂ ਨੂੰ ਗਿਆਨੀ ਹਰਪ੍ਰੀਤ ਸਿੰਘ ਜੀ? ਪੁੱਛੋ ਹੈ ਇਹਨਾਂ ਨੂੰ। ਇਹ ਜਵਾਬ ਕੌਣ ਲਊ ਇਹਨਾਂ ਤੋਂ? ਇਹ ਸੰਸਥਾਵਾਂ ਕਮਜ਼ੋਰ ਹੋਈਆਂ ਨੇ, ਪਰ ਇਹਨਾਂ ਨੇ ਕੀਤੀਆਂ ਤੁਹਾਡੇ ਆਕਾ ਨੇ, ਹੋਰ ਨਹੀਂ ਕਿਸੇ ਨੇ। ਜਦੋਂ ਇਹ ਜਾ ਕੇ ਗੋਆ ਚਿੰਤਨ ਕਰ ਰਹੇ ਸੀ ਤੇ ਸਿਮਲੇ ਜਾ ਕੇ ਚਿੰਤਨ ਦੇ ਨਾਂ ਤੇ ਉੱਤੇ ਜੋ ਕਰ ਰਹੇ ਸੀਗੇ, ਉਹਦੇ ਨਾਲ ਸਿੱਖੀ ਮਜ਼ਬੂਤ ਨਹੀਂ ਹੋਈ। ਜੋ ਇਹਨਾਂ ਨੇ ਆਪਣਾ ਗੁਰਮਰਿਆਦਾ ਤੋਂ ਬਾਹਰ ਜਾ ਕੇ ਜੋ ਕੁਛ ਇਹਨਾਂ ਨੇ ਸੌਦਾ ਸਾਧ ਵਰਗਿਆਂ ਦੇ ਖੁਰੜੇ ਪੂਜੇ, ਉਹਦੇ ਨਾਲ ਸਿੱਖੀ ਮਜ਼ਬੂਤ ਨਹੀਂ ਹੋਈ, ਕਮਜ਼ੋਰ ਕੀਤੀ ਆ ਇਹਨਾਂ ਨੇ ਕੀਤੀ। ਸੰਸਥਾਵਾਂ ਕਮਜ਼ੋਰ ਇਹਨਾਂ ਨੇ ਕੀਤੀਆਂ ਨੇ। ਇਸ ਕਰਕੇ ਇਹਨਾਂ ਨੂੰ ਕਟਹਿਰੇ 'ਚ ਖੜਾ ਕਰੋ, ਤਾਂ ਪੰਥ ਦਾ ਤੁਹਾਡੇ ਤੇ ਭਰੋਸਾ ਵੱਜੂਗਾ। ਔਰ ਮੈਂ ਕੇਂਦਰ ਸਰਕਾਰ ਨੂੰ, ਦਿੱਲੀ ਸਰਕਾਰ ਨੂੰ
ਕਹਿਣਾ ਚਾਹੁੰਦਾ ਕਿ ਬੰਦੀ ਸਿੰਘਾਂ ਦੀ ਰਿਹਾਈ ਦਾ ਮਸਲਾ ਤੇ ਸੰਵੇਦਨਸ਼ੀਲ ਮੁੱਦਾ ਵਾ। ਭਾਵੇਂ ਬਾਦਲ ਉਹਦੇ ਤੇ ਰਾਜਨੀਤੀ ਕਰ ਰਹੇ, ਪਰ ਇਹ ਪੰਥ ਤੇ ਪੰਜਾਬ ਦਾ ਮੁੱਦਾ, ਇਹਨੂੰ ਤੁਰੰਤ ਹੱਲ ਕੀਤਾ ਜਾਵੇ। ਜਿਹੜੇ ਬੰਦੀ ਸਿੰਘ ਆ ਸਾਡੇ ਰਿਹਾ ਕੀਤੇ ਜਾਣ, ਪੰਥ ਦੇ ਪੰਜਾਬ ਦੇ ਮੁੱਦੇ ਜਿਹੜੇ ਉਹ ਹੱਲ ਕੀਤੇ ਜਾਣ। ਮੈਂ ਕੇਂਦਰ ਸਰਕਾਰ ਨੂੰ ਜਿਹੜੀ ਹੈ ਇਸ ਗੱਲ ਦੀ ਅਪੀਲ ਕਰਦਾ। ਪਰ ਗਿਆਨੀ ਹਰਪ੍ਰੀਤ ਸਿੰਘ ਨੂੰ ਮੈਂ ਕਹਿਣਾ ਚਾਹੁੰਦਾ, ਤੁਹਾਡੀਆਂ ਚਿੰਤਾਵਾਂ ਬਿਲਕੁਲ ਸੱਚ ਆ, ਪਰ ਇਹਨਾਂ ਤੇ ਭਰੋਸਾ ਤੇ ਯਕੀਨ ਤਾਂ ਵੱਜੂਗਾ ਕਿ ਜਿਨ੍ਹਾਂ ਦੇ ਕਰਕੇ ਸਾਡੀਆਂ ਸੰਸਥਾਵਾਂ ਨਿਘਾਰ ਵੱਲ ਗਈਆਂ ਨੇ, ਜੇ ਉਹਨਾਂ ਨੂੰ ਕਟਹਿਰੇ 'ਚ ਖੜਾ ਕਰੋਗੇ। ਮੈਂ ਹਮੇਸ਼ਾ ਇਹ ਸੱਚ ਕਹਿੰਦਾ ਆਇਆ, ਕਹਿ ਰਿਹਾ ਤੇ ਕਹਿੰਦੇ ਰਹਿਣਾ ਵਾ। ਭਾਵੇਂ ਜੋ ਮਰਜ਼ੀ ਜਿਹੜੇ ਬਾਦਲ ਜੋ ਮਰਜ਼ੀ ਪਹਿਲਾਂ ਕਰਦੇ ਰਹੇ ਆ, ਹੁਣ ਕਰ ਲੈਣ, ਮੈਨੂੰ ਇਸ ਗੱਲ ਦੀ ਪਰਵਾਹ ਨਹੀਂ। ਮੈਂ ਗੁਰੂ ਤੋਂ ਡਰ ਕੇ ਔਰ ਸੰਗਤਾਂ ਦਾ ਝਾੜੂ ਬਰਦਾਰ ਹੋਣ ਦੇ ਨਾਤੇ ਸੰਗਤਾਂ ਨੂੰ ਸੁਚੇਤ ਕਰਦਾ ਰਿਹਾ ਔਰ ਕਰਦਾ ਰਹੂੰਗਾ। ਔਰ ਇਹ ਜਿਹੜਾ ਗਿਆਨੀ ਹਰਪ੍ਰੀਤ ਸਿੰਘ ਜੀ ਤੁਹਾਡਾ ਜਿਹੜਾ ਬਿਆਨ ਆ, ਇਸ ਪਾਸੇ ਜ਼ਰੂਰ ਵਧੋ ਤੁਸੀਂ, ਕਿ ਹੁਣ ਅਸੀਂ ਉਡੀਕ ਰੱਖਾਂਗੇ ਕਿ ਕਿੱਦਣ ਤੁਸੀਂ ਪ੍ਰਕਾਸ਼ ਸਿੰਘ ਬਾਦਲ ਤੇ ਸੁਖਬੀਰ ਸਿੰਘ ਬਾਦਲ ਨੂੰ ਅਕਾਲ ਤਖਤ ਸਾਹਿਬ ਤੇ ਖੜੇ ਕਰਕੇ ਉਹਨਾਂ ਨੂੰ ਸੱਦ ਕੇ ਤੇ ਉਹਨਾਂ ਨੂੰ ਤਨਖਾਹ ਲਾਉਂਦੇ ਹੋ, ਉਹਨਾਂ ਨੂੰ ਕਟਹਿਰੇ 'ਚ ਖੜਾ ਕਰਦੇ ਹੋ, ਤੇ ਫਿਰ ਉਹਨਾਂ ਨੂੰ ਇਹਨਾਂ ਸੰਸਥਾਵਾਂ ਤੋਂ ਪਾਸੇ ਹਟਾ ਕੇ ਘਰੇ ਭੇਜਦੇ ਹੋ ਤੇ ਇਹਨਾਂ ਸੰਸਥਾਵਾਂ ਨੂੰ ਯਾਦ ਕਰਾਉਂਦੇ ਹੋ, ਤਾਂ ਕਿ ਸੰਸਥਾਵਾਂ ਮੁੜ ਤਾਕਤਵਰ ਹੋ ਕੇ ਕੌਮ ਤੇ ਪੰਥ ਦੀ ਅਗਵਾਈ ਕਰ ਸਕਣ। ਸਿੱਖ ਸੰਗਤਾਂ ਤੋਂ ਭੁੱਲਾਂ ਚੁੱਕਾਂ ਦੀ ਖਿਮਾ ਮੰਗਦਾ ਫਤਿਹ ਅਰਜ਼ ਕਰਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੁਣ ਵੇਖਣਾ ਹੋਵੇਗਾ ਕਿ ਇਸ ਮਾਮਲੇ ਤੇ ਆਮ ਆਦਮੀ ਪਾਰਟੀ ਅਤੇ ਅਕਾਲੀ ਦਲ ਦਾ ਕੀ ਪ੍ਰਤੀਕਰਮ ਸਾਹਮਣੇ ਆਉਂਦਾ ਹੈ। ਬਿਊਰੋ ਰਿਪੋਰਟ D5 ਚੈਨਲ ਪੰਜਾਬੀ। ਹੋਏਗੀ ਕਿਸਾਨਾਂ ਦੀ ਗੱਲ, ਨਵੀਂ ਖੇਤੀ ਮਸ਼ੀਨਾਂ, ਬੀਜਾਂ ਤੇ ਬਾਗਾਂ ਦੀ ਗੱਲ ਲੈ ਕੇ ਚੱਲਾਂਗੇ ਤੁਹਾਨੂੰ ਰੰਗਲੇ ਪੰਜਾਬ ਦੇ ਖੇਤਾਂ ਵੱਲ। ਦੇਖਣਾ ਨਾ ਭੁੱਲਣਾ ਸਾਡਾ ਖਾਸ ਪ੍ਰੋਗਰਾਮ ਫਾਰਮਿੰਗ ਵਿਦ ਅਮਰਜੀਤ ਵੜੈਚ, ਸੋਮਵਾਰ ਤੋਂ ਸ਼ੁੱਕਰਵਾਰ ਸਵੇਰੇ 7:30 ਵਜੇ D5 ਚੈਨਲ ਪੰਜਾਬੀ ਤੇ। ਕੀ ਹੁੰਦੀ ਹੈ ਜਮਾਬੰਦੀ, ਕਿਵੇਂ ਬਣਦੀ ਹੈ ਵਸੀਅਤ, ਜ਼ਮੀਨ ਜਾਇਦਾਦ ਦੇ ਹਰ ਮਸਲੇ ਤੇ ਕਰਾਂਗੇ ਚਰਚਾ। ਦੇਖਣਾ ਨਾ ਭੁੱਲਣਾ ਸਾਡਾ ਖਾਸ ਪ੍ਰੋਗਰਾਮ naibtehsildar.com। D5 ਚੈਨਲ ਪੰਜਾਬੀ ਹੁਣੇ ਸਬਸਕ੍ਰਾਈਬ ਕਰੋ, ਬੈਲ ਆਈਕਨ ਤੇ ਕਲਿੱਕ ਕਰੋ।